ਰਮਨ ਜੀ, ਜਦੋਂ ਹੁਣ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਕਰਦੇ ਹਾਂ, ਸ਼ੁਰੂਆਤ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹੀ ਜਿਹੜੀ ਉਹ ਕਰ ਲੈਂਦੇ ਆ। ਓਬਵੀਅਸਲੀ ਸਿਚੁਏਸ਼ਨ ਨਾਟ ਸੋ ਗੁੱਡ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਖਾਸ ਕਰਕੇ ਆਪਣੇ ਇਸ ਸੂਬੇ ਦੇ ਵਿੱਚ ਤਾਂ ਪ੍ਰਾਈਸ ਹੋਰ ਵੀ ਜ਼ਿਆਦਾ ਬਾਕੀ ਐਵਰੇਜ ਦੇ ਨਾਲੋਂ, ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਹੁੰਦਾ ਆ। ਕਿਵੇਂ ਜਿਹੜੀ ਇੰਡਸਟਰੀ ਡੀਲ ਕਰ ਰਹੀ ਹੈ ਇਸ ਟਾਈਮ ਹਾਈ ਪ੍ਰਾਈਸਿਸ ਨੂੰ? ਬਿਲਕੁਲ ਰਾਜਕਰਨ, ਜਿੱਦਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀ ਫਿਊਲ ਦੀ ਪ੍ਰਾਈਸ ਹੈਗੀ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਲੱਕ ਤੋੜ ਰਹੀ ਹੈ। ਛੋਟੇ ਕੈਰੀਅਰ ਦਾ, ਜਿਹੜੇ ਛੋਟੇ ਕੈਰੀਅਰਸ ਹੈਗੇ ਉਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈਗਾ। ਈਵਨ ਵੱਡੇ ਕੈਰੀਅਰਸ ਵੀ ਜਿਹੜੇ ਹੈਗੇ ਆ, ਜੇ ਫਿਊਲ ਸਰਚਾਰਜ ਕਹੀਏ ਤੇ ਅਰਾਊਂਡ ਅਬਾਊਟ 90-95 ਸੈਂਟ ਦੇ ਕਰੀਬ ਜਿਹੜਾ ਫਿਊਲ ਸਰਚਾਰਜ ਆ ਪਰ ਮਾਈਲ ਦਾ ਮਿਲ ਰਿਹਾ ਹੈਗਾ। ਪਰ ਜਿਹੜਾ ਐਕਸਪੈਂਸ ਹੈਗਾ ਉਹ ਆਲਮੋਸਟ ਲਾਈਕ $5 ਦੇ ਲਾਗੇ ਹੈਗਾ ਫਿਊਲ ਦਾ ਇਸ ਵੇਲੇ ਪਰ ਮਾਈਲ ਦਾ। ਸੋ ਉਹ ਵੀ ਸ਼ਾਰਟ ਪੇ ਹੈਗਾ। ਜਿਹੜੇ ਵੱਡੇ ਕੈਰੀਅਰਸ ਵੀ ਹੈਗੇ ਆ, ਜਿਹੜੇ 150 ਵਾਲੇ ਵੀ ਹੈਗੇ ਆ, ਉਹਨਾਂ ਦਾ ਵੀ ਜਿਹੜਾ ਸ਼ਾਰਟ ਪੇ ਹੈਗਾ ਇਸ ਵੇਲੇ, ਉਹਨਾਂ ਦਾ ਵੀ ਕੋਈ ਇਹ ਨਹੀਂ ਕਹਿ ਸਕਦੇ ਕੋਈ ਵਧੀਆ ਹੈਗਾ। ਦੇ ਆਰ ਗੈਟਿੰਗ ਬਾਏ ਬਟ ਇਟਸ ਨਾਟ ਦੈਟ ਗੁੱਡ। ਸੋ ਫਿਊਲ ਜਿਹੜਾ ਹੈਗਾ ਉਹ ਡੈਫੀਨੇਟਲੀ ਜਿਹੜਾ ਛੋਟਾ ਕੈਰੀਅਰ ਹੈਗਾ ਜਿਹਨੂੰ ਫਿਊਲ ਸਰਚਾਰਜ ਮਿਲ ਨਹੀਂ ਰਿਹਾ। ਹੁਣ ਤੁਸੀਂ ਇਹ ਦੇਖੋ ਨਾ ਕਿ ਜੇ ਉਹਨੂੰ ਮਿਲਦਾ ਆ, ਅੱਧਾ ਪਚੱਧਾ ਮਿਲਦਾ ਆ, ਦੈਨ 40-50 ਸੈਂਟ ਪਰ ਮੀਲ ਦੇ ਫਿਊਲ ਦੇ ਉੱਤੇ ਐਕਸਟਰਾ ਪੇ ਕਰਨੇ, ਕਦੋਂ ਤੱਕ ਪੇ ਕਰ ਸਕਦਾ ਬੰਦਾ? ਸੋ ਆਈ ਥਿੰਕ ਇਹ ਜਿਹੜੀ ਸਿਸਟਮ ਹੈਗਾ, ਇਹ ਜਿਹੜੀ ਚੀਜ਼ ਹੈਗੀ ਹੈ, ਕਾਫੀ ਜ਼ਿਆਦਾ ਫਰਕ ਪਾ ਰਹੀ ਆ ਇੰਡਸਟਰੀ ਦੇ ਉੱਤੇ, ਟਰੱਕਿੰਗ ਇੰਡਸਟਰੀ ਦੇ ਉੱਤੇ। ਅਤੇ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜਿਹੜੇ ਰੀਜਨਸ ਹੈਗੇ ਆ, ਆਲਮੋਸਟ ਸਾਰੇ ਇਸ ਵੇਲੇ ਟਰੱਕ ਸ਼ਾਰਟੇਜ ਦੇ ਉੱਤੇ ਚੱਲ ਰਹੇ ਆ। ਪ੍ਰੋਡਿਊਸ ਵਾਲੇ ਜਿੰਨੇ ਵੀ ਰੀਜਨ ਆਪਾਂ ਗਿਣਦੇ ਹੁੰਦੇ ਆ, ਮੋਸਟਲੀ ਸਾਰੇ ਸ਼ਾਰਟੇਜ ਦੇ ਉੱਤੇ ਹੈਗੇ ਆ। ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਰਾਜਕਰਨ, ਜਿੰਨਾ ਇਹ ਡਿਲੇ ਹੋਈ ਜਾ ਰਿਹਾ, ਮੇਰੇ ਖਿਆਲ ਦੇ ਵਿੱਚ ਇਹ ਕਾਫੀ ਸਟ੍ਰੇਨ ਜਿਹੜੀ ਪੈਣ ਵਾਲੀ ਹੈ ਟਰੱਕਿੰਗ ਇੰਡਸਟਰੀ ਦੇ ਉੱਤੇ। ਕਿਉਂਕਿ ਦੇਖੋ ਨਾ, ਹੁਣ ਆਪਣੇ ਕੈਲੀਫੋਰਨੀਆ ਦੇ ਵਿੱਚ ਆਲਮੋਸਟ ਲਾਈਕ $8 ਦੇ ਲਾਗੇ ਡੀਜ਼ਲ ਜਿਹੜਾ ਪਹੁੰਚਿਆ ਹੋਇਆ। ਕਿੱਥੇ $4 ਸੀ ਜਾਂ ਕਿੱਥੇ $8, ਡਬਲ ਦੀ ਕਾਸਟ ਹੋ ਗਈ। ਪਰ ਉਨੀ ਪ੍ਰਾਈਸਿਸ ਜਿਹੜੀਆਂ ਲੋਡਰ ਦੀਆਂ ਉਹ ਤਾਂ ਡਬਲ ਨਹੀਂ ਨਾ ਹੋਈਆਂ ਹੈਗੀਆਂ, ਉਹ ਤਾਂ ਉੱਥੇ ਦੀ ਉੱਥੇ ਹੀ ਆ, ਜਾਂ ਥੋੜ੍ਹੀਆਂ ਬਹੁਤ ਵਧੀਆ ਹੈਗੀਆਂ ਜਾਂ ਨਹੀਂ ਵਧੀਆ ਹੈਗੀਆਂ। ਸੋ ਇਸ ਕਰਕੇ ਜਿਹੜੀ ਇਹ ਸਿਚੁਏਸ਼ਨ ਹੈਗੀ ਆ, ਐਕਚੁਅਲੀ ਟਰੱਕਿੰਗ ਇੰਡਸਟਰੀ 'ਤੇ ਬਹੁਤ ਭਾਰੀ ਜਿਹੜੀ ਮਾਰ ਆ ਉਹ ਪੈ ਰਹੀ ਆ। ਇਹਦੇ ਨਾਲ ਨਾਲ ਹੀ ਜਿਹੜੇ ਕਈ ਜਿਹੜੇ ਲੀਡਰਸ ਹੈਗੇ ਆ ਉਹ ਦੱਸ ਰਹੇ ਆ ਕਿ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਕਹਿ ਰਹੀਆਂ ਹੈਗੀਆਂ ਕਿ ਥੋੜ੍ਹਾ ਜਿਹਾ ਬੈਟਰ ਹੈਗਾ, ਬਿਕਾਜ਼ ਜਿੰਨਾ ਵੀ ਇਸ ਵੇਲੇ ਜਿਹੜੇ ਜਿਹਨੂੰ ਕਹਿ ਰਹੇ ਆ ਕਿ ਜਿਹੜੇ ਕੈਰੀਅਰਸ ਘੱਟ ਪੇ 'ਤੇ ਕੰਮ ਕਰਦੇ ਸੀਗੇ, ਉਹ ਲੋ ਪੇਇੰਗ ਕਪੈਸਿਟੀ ਜਿਹੜੀ ਆ ਉਹ ਆਊਟ ਹੋ ਰਹੀ ਆ। ਸੋ ਲੋ ਕਪੈਸਿਟੀ ਜਿਹੜੀ ਲੋ ਪੇਇੰਗ ਕਪੈਸਿਟੀ ਆ ਉਹ ਜੇ ਆਊਟ ਹੁੰਦੀ ਆ ਤਾਂ ਡੈਫੀਨੇਟਲੀ ਜਿਹੜੇ ਦੂਸਰੇ ਕੈਰੀਅਰਸ ਹੈਗੇ ਉਹਨਾਂ ਦੇ ਉੱਤੇ ਕਾਫੀ ਜਿਹੜਾ ਆ ਅਸਰ ਵਧੀਆ ਪਊਗਾ। ਸੋ ਪੋਜ਼ੀਟਿਵ ਇੰਪੈਕਟ ਰਹੂਗਾ ਜਿਹੜੇ ਲੋ ਪੇਇੰਗ ਵਾਲੇ ਬਾਹਰ ਜਦੋਂ ਜਾਂਦੇ ਆ, ਆਬਵੀਅਸਲੀ। ਦੇਖੋ ਉਹੀ ਗੱਲ ਹੈ ਨਾ ਕਿ ਆਪਾਂ ਅੱਗੇ ਵੀ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ ਲੋ ਪੇਇੰਗ ਕੈਰੀਅਰਸ ਹੈਗੇ ਆ ਜਾਂ ਲੋ ਚਾਰਜਿੰਗ ਕੈਰੀਅਰਸ ਹੈਗੇ ਆ, ਉਹ ਕਪੈਸਿਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ, ਇਸ ਚੱਕਰ ਦੇ ਵਿੱਚ ਬਾਹਰ ਨਿਕਲ ਰਹੀ ਆ। ਔਰ ਉੱਥੇ ਕਈ ਚੰਗੇ ਕੈਰੀਅਰ ਵੀ, ਛੋਟੇ ਜਿਹੇ ਜਿਹੜੇ ਕੈਰੀਅਰ ਉਹ ਵੀ ਨਿਕਲ ਰਹੇ ਹੈਗੇ ਆ। ਕੁਛ ਤਾਂ ਨਾਨ ਡੋਮਿਸਾਈਲ ਲਾਇਸੈਂਸ ਕਰਕੇ ਜਿਹੜੇ ਕੈਰੀਅਰ ਸੀਗੇ ਉਹ ਬਾਹਰ ਹੋ ਰਹੇ ਆ, ਕੁਛ ਹੁਣ ਜਿਹੜੇ ਫਿਊਲ ਦੇ ਚੱਕਰ ਦੇ ਵਿੱਚ ਵੀ ਬਾਹਰ ਹੋ ਰਹੇ ਆ। ਸੋ ਇਸ ਕਰਕੇ ਕਾਫੀ ਜਿਹੜਾ ਕਪੈਸਿਟੀ ਕਰੰਚ ਹੈਗਾ ਉਹ ਡੈਫੀਨੇਟਲੀ ਜਿਹੜਾ ਆਉਣ ਵਾਲਾ ਹੈਗਾ। ਇਸ ਟਾਈਮ ਰਮਨ ਜੀ, ਜਿਹੜਾ ਪਰ ਮਾਈਲ ਕਾਸਟ ਕਿੱਥੇ ਕਿ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ? ਜੇ ਕੋਈ ਫਿਗਰ ਆਊਟ ਕਰ ਰਿਹਾ ਹੋਵੇ ਸਹੀ ਢੰਗ ਦੇ ਨਾਲ, ਤਾਂ ਕਿੱਥੇ ਕੁ ਅੰਦਾਜ਼ੇ ਦੇ ਨਾਲ ਜਿਹੜਾ ਉਹ ਪਹੁੰਚਿਆ ਹੈਗਾ ਪਰ ਮਾਈਲ ਕਾਸਟ? ਰਾਜਕਰਨ, ਪਰ ਮਾਈਲ ਕਾਸਟ ਦਾ ਬਹੁਤ ਔਖਾ ਹੈਗਾ ਲਾਣਾ, ਕਿਉਂਕਿ ਹਰ ਲੇਨ, ਹਰ ਪ੍ਰੋਡਿਊਸ, ਹਰ ਜਿਹੜਾ ਹੈਗਾ, ਹਰ ਇੱਕ ਦਾ ਡਿਫਰੈਂਟ ਹੈਗਾ। 2.5 ਦੇ ਕਰੀਬ ਜਿਹੜਾ ਨਾਰਮਲੀ ਚੱਲਦਾ ਸੀਗਾ, ਪਲੱਸ ਫਿਊਲ ਕਾਸਟ ਸੀਗੀ। ਸੋ ਈਵਨ $3.5 ਲੈ ਕੇ ਵੀ ਅੱਜ ਦੀ ਤਰੀਕ ਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਇਟਸ ਮੇਕਿੰਗ ਐਨੀ ਮਨੀ। ਆਈ ਥਿੰਕ ਦੇ ਆਰ ਪੁਟਿੰਗ ਮਨੀ ਆਊਟ ਆਫ ਦੇਅਰ ਪਾਕਟ। ਸੋ $3.5-4 ਦੇ ਲਾਗੇ ਵੀ ਜੇ ਤੁਹਾਨੂੰ ਪਰ ਮਾਈਲ ਮਿਲ ਰਿਹਾ ਹੈਗਾ, ਅਤੇ ਈਵਨ ਦੈਨ ਮਤਲਬ ਕਿ ਬਹੁਤ ਡਿਫੀਕਲਟ ਹੈਗਾ ਇਸ ਵੇਲੇ ਸਰਵਾਈਵ ਕਰਨਾ। ਬਿਲਕੁਲ। ਟਰੱਕ ਦੀ ਪੇਮੈਂਟ, ਟ੍ਰੇਲਰ ਦੀ ਇੰਸ਼ੋਰੈਂਸ, ਕਈ ਤਰ੍ਹਾਂ ਦੀ ਇੰਸ਼ੋਰੈਂਸ, ਲਾਇਸੈਂਸ, ਪਰਮਿਟ, ਅਕਾਊਂਟਿੰਗ, ਉਹ ਸਾਰੀਆਂ ਚੀਜ਼ਾਂ, ਫਿਰ ਫਿਊਲ, ਮੇਨਟੇਨੈਂਸ, ਰਿਪੇਅਰ, ਵਿੱਚ ਹੀ ਕਈ ਕੁਛ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਸਕੇਲ ਦੇ ਕੰਪਨਸੇਸ਼ਨ, ਇਹ ਸਾਰੀਆਂ ਚੀਜ਼ਾਂ ਤੇ ਆਪਣੇ ਬੰਦੇ ਸੋਚਦੇ ਵੀ ਨਹੀਂ ਆ ਵੀ ਇਹਦੇ ਵਿੱਚ ਜਿਹੜੀਆਂ ਇਨਕਲੂਡ ਕਰਕੇ ਜਿਹੜਾ ਉਹ ਚੱਲ ਕੇ ਜਿਹੜਾ ਉਹ ਜਾਣਾ ਚਾਹੀਦਾ। ਆਈ ਥਿੰਕ ਇੱਥੇ ਹੀ ਫਿਰ ਮਾਤ ਖਾ ਜਾਂਦੇ ਆ, ਤੇ ਪਰ ਮਾਈਲ ਕਾਸਟ ਆਪਣੇ ਹਿਸਾਬ ਦੇ ਨਾਲ ਦਿਮਾਗ 'ਚ ਉਹ
ਥੋੜ੍ਹੀ ਸੋਚੀ ਬੈਠੇ ਹੁੰਦੇ ਆ ਤੇ ਪਰ ਆ ਜਿਹੜੀ ਉਹ ਜ਼ਿਆਦਾ ਜਾਂਦੀ ਆ ਤੇ ਫਿਰ ਉਹੀ ਗੱਲ ਵੀ ਫਿਰ ਪੱਲਿਓਂ ਪਾਉਣ ਵਾਲੀ ਗੱਲ ਆ। ਕੀ ਲੋਡ ਦੇ ਰੇਟ ਵਾਕਈ $3-3.5 ਪਰ ਮਾਈਲ ਦੇ ਹਿਸਾਬ ਨਾਲ ਹੈਗੇ ਆ ਕਿਸੇ ਪਾਸੇ? ਜੇ ਇੰਨਾ ਖਰਚਾ ਜਿਹੜਾ ਉਹ ਆ ਰਿਹਾ ਹੈਗਾ ਤਾਂ? ਨਹੀਂ ਰਾਜਕਰਨ ਦੇਖੋ, ਹੁਣ $2.5 ਦਾ ਜੇ ਆਪਾਂ ਲੋਡ ਦਾ ਲਾਈਏ ਤੇ ਜੇ 95 ਸੈਂਟ ਉਹਨੂੰ ਫਿਊਲ ਸਰਚਾਰਜ ਮਿਲ ਰਿਹਾ ਤੇ ਉਹ ਆਲਮੋਸਟ ਲਾਈਕ 345 ਤੇ ਚਲਾ ਜਾਂਦਾ ਹੈਗਾ। ਫਿਊਲ ਸਰਚਾਰਜ ਜਿਹੜਾ ਆ ਉਹ ਫਿਊਲ ਦੇ ਪ੍ਰਾਈਸ ਦੇ ਉੱਪਰ ਥੱਲੇ ਜਾਣ ਦੇ ਨਾਲ ਚੇਂਜ ਹੁੰਦਾ ਰਹਿੰਦਾ ਆ। ਪਰ ਜਿਹੜਾ ਫਿਊਲ ਸਰਚਾਰਜ ਹੈਗਾ ਆ ਉਹ ਵੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਪੂਰਾ ਨਹੀਂ ਮਿਲ ਰਿਹਾ ਹੈਗਾ। ਔਰ ਮੈਜੋਰਟੀ ਜਿਹੜੇ ਛੋਟੇ ਕੈਰੀਅਰਸ ਹੈਗੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਮਿਲਦਾ ਹੈਗਾ। ਸੋ ਤੁਸੀਂ ਇਹ ਹਿਸਾਬ ਲਾਓ ਨਾ ਕਿ ਉਹਨਾਂ ਦੇ ਲਈ ਸਰਵਾਈਵ ਕਰਨਾ ਇਸ ਵੇਲੇ ਕਿੰਨਾ ਕੁ ਔਖਾ ਹੈਗਾ ਹੈ, ਕਿਉਂਕਿ ਜਿਹੜੀ ਪਹਿਲਾਂ ਫਿਊਲ ਕਾਸਟ ਜਿਹੜੀ ਸੀਗੀ ਅਬਾਊਟ 60 ਸੈਂਟ ਪਰ ਮਾਈਲ ਸੀਗੀ ਤੇ ਹੁਣ ਆਲਮੋਸਟ ਲਾਈਕ ਉਹ $10 ਪਰ ਮਾਈਲ ਜੇ ਚਲੀ ਜਾਵੇ ਤੇ ਫਿਰ ਉਹ ਜਿਹੜਾ ਪਹਿਲਾਂ ਹੀ ਮਤਲਬ ਕਿ ਬਹੁਤ ਔਖਾ ਚੱਲ ਰਿਹਾ ਸੀਗਾ ਉਹਦੀ ਜਿਹੜੀ ਇਸ ਵੇਲੇ ਸਰਵਾਈਵਲ ਜਿਹੜਾ ਆ ਉਹ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਰਾਜਕਰਨ ਤੁਸੀਂ ਗੱਲ ਕੀਤੀ ਸੀਗੀ ਕਿ ਕਾਸਟ ਕਟਿੰਗ ਦੀ ਹੈ ਨਾ, ਆਪਾਂ ਇੱਕ ਥੋੜ੍ਹਾ ਜਿਹਾ ਗੱਲ ਕਰ ਰਹੇ ਸੀਗੇ ਇਸ ਵੇਲੇ ਕਿ ਇੱਕ ਫਰੇਟ ਥੈਫਟ ਦੇ ਉੱਤੇ ਜਿਹੜੀ ਹੁਣੇ ਕਾਨਫਰੰਸ ਹੋ ਕੇ ਹਟੀ ਆ TIA ਦੀ, ਉਹਦੇ ਵਿੱਚ ਇੱਕ ਬੜੇ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਈਆਂ ਹੈਗੀਆਂ ਜਿਹਦੇ ਲਈ ਕਿ ਆਪਾਂ ਨੂੰ ਆਪਣੀ ਕਮਿਊਨਿਟੀ ਜਿਹੜੀ ਆ ਉਹ ਇਹਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਜਿਹੜਾ ਫਰੇਟ ਥੈਫਟ ਆ ਉਹਦੇ ਵਿੱਚ ਜਿਹੜੇ ਥੈਫਟ ਕਰਨ ਵਾਲੇ ਹੈਗੇ ਆ ਉਹਨਾਂ ਨੇ ਇੱਕ ਨਵਾਂ ਜਿਹੜਾ ਗਾਂਹ ਢੰਗ ਤਰੀਕਾ ਜਿਹੜਾ ਲੱਭ ਲਿਆ ਹੈਗਾ, ਕਿਉਂਕਿ ਹੁਣ ਇਸ ਵੇਲੇ ਜਿਹੜਾ ਨਵਾਂ ਸਿਸਟਮ ਹੈਗਾ ਮੋਟਰਸ ਉਹ ਵੀ ਚਾਲੂ ਹੋ ਚੁੱਕਾ ਹੈਗਾ। ਹੋਰ ਜਿਹੜੇ ਸਿਸਟਮ ਹੈਗੇ ਆ ਉਹ ਵੀ ਚਾਲੂ ਹੋ ਚੁੱਕੇ ਆ ਕਿ ਫਰੰਟ ਐਂਡ ਜਿਹੜਾ ਆ ਉਹ ਟਾਈਟਨ ਕਰ ਦਿੱਤਾ ਹੈਗਾ। ਹਾਈਵੇ ਐਪ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ, ਉਹਨਾਂ ਦੇ ਵਿੱਚ ਕਾਫੀ ਜਿਹੜਾ ਇਹ ਸਕਰੂਟਨੀ ਜਿਹੜੀ ਹੋ ਚੁੱਕੀ ਆ ਕੈਰੀਅਰ ਦੀ, ਕਿ ਕੈਰੀਅਰ ਨੂੰ ਬਹੁਤ ਜ਼ਿਆਦਾ ਸਟ੍ਰੇਟ ਫਾਰਵਰਡ ਰਹਿਣਾ ਪੈਣਾ ਆ। ਡਬਲ ਬ੍ਰੋਕਰਿੰਗ ਆਲਮੋਸਟ ਨਾ ਦੇ ਬਰਾਬਰ ਕਰ ਦੇਣੀ ਹੈਗੀ ਆ ਜਿਹੜੇ ਹਿਸਾਬ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈਗਾ। ਪਰ ਜਿਹੜਾ ਫਰੇਟ ਥੈਫਟ ਹੈਗਾ ਉਹਦੇ ਲਈ ਹੁਣ ਜਿਹੜੇ ਥੈਫਟ ਕਰਨ ਵਾਲੇ ਹੈਗੇ ਉਹਨਾਂ ਨੇ ਇੱਕ ਨਵਾਂ ਰਾਹ ਲੱਭਿਆ ਹੈਗਾ। ਸੋ ਉਹ ਜਿਹੜਾ ਰਾਹ ਆ ਉਹ ਡਿਸਕਸ ਕੀਤਾ ਗਿਆ ਇਸ ਕਾਨਫਰੰਸ ਦੇ ਵਿੱਚ, ਜਿਹੜੀ ਇੱਕ ਮੀਟਿੰਗ ਦੇ ਵਿੱਚ, ਕਿ ਜਿਹੜੇ ਇਹੋ ਜਿਹੇ ਰਿੰਗ ਹੈਗੇ, ਇਹੋ ਜਿਹੇ ਗਰੁੱਪ ਹੈਗੇ ਆ, ਉਹ ਵਧੀਆ ਕੰਪਨੀਆਂ ਜਿਨ੍ਹਾਂ ਦਾ ਗੁੱਡ ਨੇਮ ਹੈਗਾ ਉਹਨਾਂ ਦੇ ਵਿੱਚ ਆਪਣੇ ਡਰਾਈਵਰ ਹਾਇਰ ਕਰਵਾਉਂਦੇ ਆ। ਸੋ ਉਹ ਡਰਾਈਵਰ ਜਿਹੜਾ ਹੈਗਾ ਉਹ ਤੁਹਾਡੀ ਕੰਪਨੀ ਦੇ ਵਿੱਚ ਆਣ ਕੇ ਹਾਇਰ ਹੁੰਦਾ ਹੈਗਾ, ਔਰ ਹਾਇਰ ਹੋਣ ਤੋਂ ਬਾਅਦ ਜਿੱਦਣ ਕੋਈ ਵੀ ਉਹਨੂੰ ਐਕਸਪੈਂਸਿਵ ਲੋਡ ਜਿਹੜਾ ਆ ਉਹ ਡਿਸਪੈਚ ਹੁੰਦਾ ਆ, ਉਦਣ ਉਹ ਲੋਡ ਜਿਹੜਾ ਆ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਹ ਚੋਰੀ ਕਰਦਾ ਹੈਗਾ। ਸੋ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਹੁਣ ਬਿਲਕੁਲ ਸਟ੍ਰੈਸ ਦੇ ਕੇ ਕਿਹਾ ਗਿਆ ਹੈਗਾ ਕਿ ਜਿਹੜਾ ਡਰਾਈਵਰ ਹਾਇਰਿੰਗ ਹੈਗੀ ਆ, ਜਿਹੜੀ ਉਹਦੀ ਬੈਕਗਰਾਊਂਡ ਚੈੱਕ ਹੈਗਾ, ਜਿਹੜੀ ਉਹਦੀ ਵੈਰੀਫਿਕੇਸ਼ਨ ਹੈਗੀ ਆ, ਪਿਛਲੀ ਜੌਬ ਤੇ ਕੀ ਕੀਤਾ ਹੈਗਾ ਉਹਨੇ, ਕਿਸ ਤਰ੍ਹਾਂ ਦਾ ਡਰਾਈਵਰ ਹੈਗਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਮੇਰੇ ਖਿਆਲ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਗਈਆਂ ਹੈਗੀਆਂ ਕਿ ਜੇ ਤੁਸੀਂ ਡਰਾਈਵਰ ਹਾਇਰ ਕਰਦੇ ਹੈਗੇ ਉਹਦਾ ਬੈਕਗਰਾਊਂਡ ਚੈੱਕ ਕਰਨਾ ਤੁਹਾਡੇ ਲਈ, ਤੁਹਾਡੀ ਕੰਪਨੀ ਹੋ ਸਕਦਾ ਬਹੁਤ ਵਧੀਆ ਹੋਵੇ, ਤੁਹਾਡੀ ਕੰਪਨੀ ਬਹੁਤ ਵਧੀਆ ਕੰਮ ਕਰ ਰਹੀ ਹੋਵੇ, ਔਰ ਜੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ, ਇਸ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀਆਂ ਬੈਸਟ ਕੰਪਨੀਜ਼ ਹੈਗੀਆਂ ਦੇ ਆਰ ਦਾ ਟਾਰਗੇਟ ਆਫ ਦਿਸ ਸਕੈਮ ਨਾਓ। ਸੋ ਉਹ ਕਿਉਂਕਿ ਮਾੜੀ ਕੰਪਨੀ ਦੇ ਵਿੱਚ ਡਰਾਈਵਰ ਜਾ ਕੇ ਨਹੀਂ ਲੱਗਿਆ, ਕਿਉਂਕਿ ਮਾੜੀ ਕੰਪਨੀ ਨੂੰ ਵੈਸੇ ਹੀ ਲੋਡ ਨਹੀਂ ਮਿਲ ਰਹੇ ਹੈਗੇ। ਸੋ ਚੰਗੀ ਕੰਪਨੀ ਦੇ ਵਿੱਚ ਇਹੋ ਜਿਹਾ ਡਰਾਈਵਰ ਲੱਗੂਗਾ ਔਰ ਉਹ ਜਿਹੜਾ ਆ ਉਹ ਤੁਹਾਡੀ ਕੰਪਨੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਲੋਡ ਚੋਰੀ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਹੋ ਜਾਂਦਾ, ਇੱਕ ਵੀ ਹੋ ਜਾਂਦਾ, ਇੰਸ਼ੋਰੈਂਸ ਦੀ ਪ੍ਰੋਬਲਮ ਪੈ ਜਾਂਦੀ ਆ, ਹਾਈਵੇ ਦੇ ਨਾਲ ਪ੍ਰੋਬਲਮ ਪੈ ਜਾਂਦੀ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੀਆਂ ਪ੍ਰੋਬਲਮੈਟਿਕ ਹੋ ਜਾਂਦੀਆਂ। ਸੋ ਪਲੀਜ਼ ਜੇ ਤੁਸੀਂ ਇਹ ਚੀਜ਼ ਤੁਹਾਡੀ ਕੰਪਨੀ ਕੰਮ ਕਰ ਰਹੀ ਹੈਗੀ ਆ, ਤੁਸੀਂ ਗੁੱਡ ਕੰਮ ਕਰ ਰਹੇ ਹੈਗੇ ਆ, ਤੇ ਆਈ ਥਿੰਕ ਆਲਰੇਡੀ ਤੁਹਾਡੇ ਇਹ ਜਿਹੜੇ ਆ ਪਲੇਸ ਦੇ ਵਿੱਚ ਹੋਣਗੇ, ਤੁਸੀਂ ਆਲਰੇਡੀ ਕਰਦੇ ਹੋਵੋਗੇ। ਪਰ ਜਿਹੜੀ ਵੀ ਕੰਪਨੀ ਇਸ ਵੇਲੇ ਡਰਾਈਵਰ ਹਾਇਰਿੰਗ ਕਰ ਰਹੀ ਆ, ਔਰ ਖਾਸ ਕਰਕੇ ਜੇ ਤੁਹਾਡੇ ਐਕਸਪੈਂਸਿਵ ਲੋਡ ਹੈਗੇ ਆ, ਤਾਂ ਡਰਾਈਵਰ ਦੇ ਫਸਟ 6 ਮੰਥਸ ਦੇ ਵਿੱਚ ਇੱਦਾਂ ਦੇ ਲੋਡ ਜਿਹੜੇ ਆ ਉਹ ਤੁਸੀਂ ਉਸ ਨਵੇਂ ਡਰਾਈਵਰ ਨੂੰ ਨਾ ਦਿਓ, ਕੋਸ਼ਿਸ਼ ਕਰੋ ਕਿ ਨਾ ਚੁਕਵਾਓ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਹੁਣ ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀਆਂ।